ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ 810 ਤੇ ਆਪ ਜੀ ਸਰਵਣ ਕਰ ਰਹੇ ਹੋ। 37 ਸ਼ਬਦ ਰਾਗ ਬਿਲਾਵਲ ਦੇ ਪਿੱਛੇ ਆਪ ਜੀ ਨੇ ਸਰਵਣ ਕਰ ਲਏ ਹਨ। 38ਵਾਂ ਸ਼ਬਦ ਸਾਹਿਬ ਪੰਚਮ ਪਾਤਸ਼ਾਹ ਜੀ ਉਚਾਰਨ ਕਰਦੇ ਨੇ। ਸਰਵਣ ਕਰਨ ਤੋਂ ਪਹਿਲਾਂ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਅਹੰ ਬੁੱਧ ਪਰਵਾਦ ਨੀਤ ਲੋਭ ਰਸਨਾ ਸਾਧ। ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਅਹੰਗ ਬੁੱਧ ਪਰਵਾਦ ਨੀਤ ਲੋਭ ਰਸਨਾ ਸਾਧ। ਅਹੰਗ ਬੁੱਧ ਹੰਕਾਰ ਵਾਲੀ ਬਿਰਤੀ, ਜਿਹਦੇ ਵਿੱਚ ਅਹੰਗ ਭਾਵ ਹੰਕਾਰ ਹੈ। ਪਰਾਇਆਂ ਨਾਲ ਬਗਾਨਿਆਂ ਨਾਲ ਵਾਦ ਵਿਵਾਦ ਕਰਨਾ, ਝਗੜਾ ਕਰਨਾ ਨਿਤ, ਕਿਉਂਕਿ ਹੰਕਾਰੀ ਬੰਦਾ ਹੀ ਝਗੜਾ ਕਰੇਗਾ। ਜਿਹਦੇ ਅਹੰਗ ਨੂੰ ਠੇਸ ਪਹੁੰਚੇਗੀ ਉਹ ਝਗੜੇਗਾ। ਜਿਸ ਅੰਦਰ ਅਹੰਗ ਭਾਵ ਹੀ ਨਹੀਂ ਉਹ ਕੀ ਝਗੜੇਗਾ। ਹੰਕਾਰੀ ਬੁੱਧੀ ਵਾਲਾ ਮਨੁੱਖ ਉਹ ਹਮੇਸ਼ਾ ਵਾਦ ਵਿਵਾਦ ਕਰੇਗਾ। ਪਰ ਵਾਦ ਦਾ ਮਤਲਬ ਹੁੰਦਾ ਹੈ ਪਰਾਏ ਨਾਲ ਵਾਦ ਕਰਨਾ, ਝਗੜਾ ਕਰਨਾ। ਤੂੰ ਇਹ ਨਹੀਂ ਠੀਕ ਕੀਤਾ, ਤਾਂ ਇਹ ਨਹੀਂ ਗੱਲ ਕਹੀ ਚੰਗੀ। ਉਹਦੇ ਅੰਦਰ ਹਮੇਸ਼ਾ ਵਾਦ ਹੋਵੇਗਾ ਜਿੱਥੇ ਹੰਕਾਰ ਹੈ। ਇੱਕ ਹੁੰਦਾ ਸੰਵਾਦ, ਇੱਕ ਹੁੰਦਾ ਵਾਦ। ਸੰਵਾਦ ਵਿੱਚ ਕੁਝ ਨਾ ਕੁਝ ਨਿਕਲਦਾ ਹੁੰਦਾ, ਵਾਦ ਵਿੱਚ ਕੁਝ ਨਹੀਂ ਨਿਕਲਦਾ। ਉਹ ਤਾਂ ਹੈ ਹੀ ਝਗੜਾ। ਆਪਣੇ ਹੰਕਾਰ ਨੂੰ ਸਿੱਧ ਕਰਨ ਵਾਸਤੇ ਮਨੁੱਖ ਝਗੜਾ ਕਰੇਗਾ, ਮੈਂ ਸਹੀ ਹਾਂ। ਕਹਿੰਦੇ ਇਹੋ ਜਿਹੇ ਵਾਦ ਵਿੱਚ ਲੋਭ ਰਸਨਾ ਸਾਧ, ਫਿਰ ਲਾਲਚ ਵਿੱਚ, ਲੋਭ ਦੀ ਬਿਰਤੀ ਵਿੱਚ ਤੇ ਜ਼ੁਬਾਨ ਨੂੰ ਸਵਾਦਾਂ ਦੇ ਉਲਝੇਵੇਂ ਵਿੱਚ ਉਲਝਾਇਆ ਹੋਇਆ। ਇਹ ਰਸਨਾ ਸਵਾਦਾਂ ਵਿੱਚ ਉਲਝੀ ਹੋਈ ਹੈ। ਸਾਦੀ ਜੀਭ ਨਾ ਰੱਜੀਆਂ ਕਰ ਭੋਗ ਬਿਲਾਸੇ, ਇਹ ਵੀ ਨਹੀਂ ਰੱਜਦੀ, ਇਹ ਸਵਾਦਾਂ ਦੇ ਵਿੱਚ ਉਲਝੀ ਹੋਈ ਹੈ। ਲਾਪਟ ਕਪਟ ਗ੍ਰਹਿ ਵਿਦਿਆ ਮਿਥਿਆ ਵਿਖਿਆਦ। ਕਹਿੰਦੇ ਲੰਪਟ ਬਿਰਤੀ, ਕਪਟ ਦੀ ਬਿਰਤੀ ਤੇ ਘਰ ਦੇ ਮੋਹ ਦੇ ਵਿੱਚ ਇਹ ਵਿੰਨਿਆ ਹੋਇਆ। ਇਹਨੂੰ ਇਹ ਨਹੀਂ ਪਤਾ ਕਿ ਜਿਹੜੇ ਵਿਸ਼ੇ ਵਿਕਾਰ ਨੇ ਮੁੱਢ ਤੋਂ ਹੀ ਮਿਥਿਆ ਨੇ, ਝੂਠੇ ਨੇ। ਇਹ ਅੱਜ ਦੇ ਝੂਠੇ ਨਹੀਂ ਹਨ, ਮੁੱਢ ਤੋਂ ਹੀ ਝੂਠੇ ਨੇ ਜਦੋਂ ਦੇ ਬਣੇ ਨੇ ਸੰਸਾਰ 'ਚ। ਵਿਖਿਆਤ ਦਾ ਜਦੋਂ ਅਰਥ ਕਰਾਂਗੇ, ਆਦ ਮੁੱਢ ਤੋਂ ਹੀ ਇਹ ਵਿਸ਼ੇ ਵਿਕਾਰ ਮਿਥਿਆ ਨੇ। ਮਿਥਿਆ ਵਿਖਿਆਤ, ਪਰ ਇਹ ਫਿਰ ਉਹਨਾਂ ਦੇ ਵਿੱਚ ਲੰਪਟ ਹੁੰਦਾ। ਫਿਰ ਕਪਟ ਤੇ ਛਲ ਫਰੇਬ ਦੀ ਬਿਰਤੀ ਵਿੱਚ, ਘਰ ਦੇ ਮੋਹ ਮਮਤਾ ਦੇ ਵਿੱਚ ਵਿਧਿਆ ਵਿੰਨਿਆ ਹੋਇਆ। ਔਰ ਉਹ ਜੋ ਮਿਥਿਆ ਵਿਖਿਆਤ ਨੇ, ਵਿਸ਼ੇ ਵਿਕਾਰ ਨੇ, ਮੁੱਢ ਤੋਂ ਹੀ ਮਿਥਿਆ ਨੇ, ਉਹਨਾਂ ਵਿੱਚ ਉਲਝਿਆ ਹੋਇਆ। ਐਸੀ ਪੇਖੀ ਨੇਤਰ ਮਹਿ ਪੂਰੇ ਗੁਰ ਪ੍ਰਸਾਦ। ਕਹਿੰਦੇ ਆਪਣੀਆਂ ਅੱਖਾਂ ਨਾਲ ਅਸੀਂ ਵੇਖ ਲਿਆ, ਗੁਰੂ ਦੇ ਪ੍ਰਸਾਦ ਨਾਲ, ਪੂਰੇ ਗੁਰੂ ਦੀ ਕਿਰਪਾ ਨਾਲ। ਕਹਿੰਦੇ ਮੈਂ ਤਾਂ ਹੁਣ ਅੱਖਾਂ ਨਾਲ ਵੇਖ ਲਿਆ। ਆਪਾਂ ਕਹਿ ਨਹੀਂ ਦਿੰਦੇ ਜੀ ਮੈਂ ਤਾਂ ਅੱਖਾਂ ਨਾਲ ਵੇਖਿਆ, ਉਹਦੀ ਪੂਰੀ ਤਸੱਲੀ ਹੁੰਦੀ। ਸਾਹਿਬ ਕਹਿੰਦੇ ਮੈਂ ਆਪਣੇ ਗੁਰੂ ਦੇ ਪ੍ਰਸਾਦ ਨਾਲ, ਗੁਰੂ ਦੀ ਕਿਰਪਾ ਨਾਲ ਅੱਖਾਂ ਨਾਲ ਵੇਖ ਲਿਆ। ਕੀ ਵੇਖਿਆ ਅੱਖਾਂ ਨਾਲ? ਦੱਸਦੇ ਨੇ ਰਾਜ ਮਿਲਖ ਧਨ ਜੋਬਨ ਨਾਮੈ ਬਿਨ ਬਾਦ। ਰਾਜ ਮਿਲਖ ਜਗੀਰਾਂ, ਜੋਬਨ ਜਵਾਨੀ, ਧਨ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇਹ ਸਭ ਕੁਝ ਵਿਅਰਥ ਹੈ। ਕਹਿੰਦੇ ਮੈਂ ਅੱਖਾਂ ਨਾਲ ਵੇਖ ਲਿਆ ਗੁਰੂ ਦੀ ਕਿਰਪਾ ਨਾਲ। ਮਿਲਖ ਜਗੀਰਾਂ, ਰਾਜ ਭਾਗ, ਰੂਪ, ਧਨ, ਜੋਬਨ, ਇਹ ਜੋ ਕੁਝ ਵੀ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ ਵੇਖ ਲਿਆ ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇਹ ਸਭ
ਬਾਦ ਹੈ। ਨਾਮ ਬਿਨਾ ਸਭ ਕੂੜ ਗਾਲੀ ਗਾਲੀ ਹੋਛੀਆਂ। ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇਹ ਸਭ ਝੂਠ ਹੈ। ਬਾਦ ਜਦੋਂ ਸ਼ਬਦ ਵਰਤਿਆ ਤੇ ਬਾਦ ਦਾ ਮਤਲਬ ਹੁੰਦਾ ਵਿਅਰਥ। ਪਰਮੇਸ਼ਰ ਦੇ ਭਜਨ ਤੋਂ ਬਿਨਾਂ ਇਹ ਸਭ ਵਿਅਰਥ ਹੈ। ਇਹ ਰਹਾਉ ਦੀਆਂ ਪੰਕਤੀਆਂ ਨੇ। ਇਹਦੇ ਵਿੱਚ ਸ਼ਬਦ ਦਾ ਸਾਰ ਅੰਸ਼ ਹੈ। ਸਾਰੇ ਸ਼ਬਦ ਦਾ ਸਿਧਾਂਤ ਇਸ ਪਾਵਨ ਪੰਕਤੀਆਂ ਦੇ ਵਿੱਚ ਹੈ, ਰਹਾਉ ਦੀਆਂ ਪੰਕਤੀਆਂ ਵਿੱਚ, ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇਹ ਸਭ ਬਾਦ ਹੈ, ਵਿਅਰਥ ਹੈ। ਰਹਾਉ ਰੂਪ ਧੂਪ ਸੁਗੰਧਤਾ ਕਾਪਰ ਪੋਗਾਦ। ਰੂਪ ਜਾਂ ਇਸ ਤਰ੍ਹਾਂ ਕਹਿ ਲਈਏ ਚਿੱਟੇ ਸਾਵੇ ਕੱਪੜੇ, ਸੋਹਣੀਆਂ ਸੁਗੰਧੀਆਂ ਸਰੀਰ ਤੇ ਤੁਖਾਉਣੀਆਂ ਧੂਪ, ਸੋਹਣੀਆਂ ਧੂਪਾਂ, ਸੋਹਣੀਆਂ ਸੁਗੰਧੀਆਂ ਤਨ ਤੇ ਲਾਣੀਆਂ, ਸੁਗੰਧੀਆਂ ਲਾਣੀਆਂ, ਫਿਰ ਕਾਪਰ ਸੋਹਣੇ ਸੋਹਣੇ ਕੱਪੜੇ ਤਨ ਤੇ ਪਾਉਣੇ, ਭੋਗਾਦ ਕਈ ਪ੍ਰਕਾਰ ਦੇ ਪਦਾਰਥ ਭੋਗਣੇ ਖਾਣੇ। ਇਹ ਜਿੰਨਾ ਕੁਝ ਵੀ ਹੈ ਮਿਲਤ ਸੰਗ ਪਾਪਿਸ਼ਟ ਤਨ ਹੋਏ ਦੁਰਗਾਦ। ਇਹ ਜਿੰਨੀਆਂ ਚੀਜ਼ਾਂ ਉੱਪਰ ਵਧੀਆ ਚੀਜ਼ਾਂ ਦਸੀਆਂ ਨੇ, ਸੋਹਣੇ ਸਾਵੇ ਰੰਗ ਦੇ ਕੱਪੜੇ, ਸੋਹਣਾ ਸੁਗੰਧੀਆਂ ਧੂਪ, ਕੱਪੜੇ, ਅਨੇਕ ਪ੍ਰਕਾਰ ਦੇ ਭੋਗਾਦ ਪਦਾਰਥ, ਮਠਿਆਈਆਂ ਕਈ ਪ੍ਰਕਾਰ ਦੇ। ਕਹਿੰਦੇ ਇਹ ਸਾਰੀਆਂ ਚੀਜ਼ਾਂ ਜਦੋਂ ਇਸ ਪਾਪੀ ਦੇ ਸਰੀਰ ਨਾਲ ਲੱਗਦੀਆਂ ਨੇ, ਪਾਪਿਸ਼ਟ, ਪਾਪਿਸ਼ਟ ਦਾ ਮਤਲਬ ਹੁੰਦਾ ਪਾਪੀ ਤਨ, ਆ ਪਾਪੀ ਸਰੀਰ, ਇਹਦੇ ਨਾਲ ਜਦੋਂ ਇਹ ਸਾਰੀਆਂ ਚੀਜ਼ਾਂ ਮਿਲਦੀਆਂ ਨੇ, ਮਿਲਤ ਸੰਗ ਪਾਪਿਸ਼ਟ ਤਨ, ਇਹਨਾਂ ਸਾਰੀਆਂ ਵਿੱਚੋਂ ਮੁੜ ਕੇ ਦੁਰਗੰਧੀ ਆਉਣ ਲੱਗ ਪੈਂਦੀ ਹੈ। ਕੱਪੜਾ ਚੱਜ ਦਾ ਪਾਵੇ ਸੁਗੰਧੀਆਂ ਵਾਲਾ, 2 ਦਿਨ 4 ਦਿਨਾਂ ਬਾਅਦ ਮੁਸ਼ਕ ਆਉਣ ਲੱਗ ਪਏਗੀ। ਵਧੀਆ ਪਦਾਰਥ ਖਾ ਲਵੇ, ਵਿਸ਼ਟਾ ਦੇ ਵਿੱਚ ਤਬਦੀਲ ਹੋਇਆ, ਉਹ ਵੀ ਗੰਦਗੀ ਦੇ ਵਿੱਚ ਬਦਬੂ ਮਾਰਨ ਲੱਗ ਪਵੇਗਾ। ਪਾਪੀ ਸਿਉ ਤਨ ਗੱਡਿਆ, ਥੁੱਕਾਂ ਪਈਆਂ ਤਿੱਤ। ਫਿਰ ਇਹ ਪਾਪਿਸ਼ਟ ਸਰੀਰ ਹੈ ਨਾ। ਜੇ ਭਜਨ ਨਹੀਂ ਕੀਤਾ ਪਰਮੇਸ਼ਰ ਦਾ, ਅਕਾਲ ਪੁਰਖ ਦੀ ਬੰਦਗੀ ਨਹੀਂ ਕੀਤੀ, ਤਾਂ ਕਹਿੰਦੇ ਭਾਈ ਫਿਰ ਇਸ ਤਨ ਦੇ ਨਾਲ ਇਹ ਸਾਰੀਆਂ ਉੱਪਰਲੀਆਂ ਚੰਗੀਆਂ ਚੀਜ਼ਾਂ ਜੁੜ ਜਾਣ, ਪਾਪਿਸ਼ਟ ਤਨ ਹੋਏ ਦੁਰਗਾਦ, ਉਹਨਾਂ ਵਿੱਚੋਂ ਦੁਰਗੰਧੀ ਆਉਣ ਲੱਗ ਪਏਗੀ, ਮੁਸ਼ਕ ਆਉਣ ਲੱਗ ਪਵੇਗੀ। ਤੇ ਮਹਾਰਾਜ ਜੀ ਇੱਥੇ ਸੁਚੇਤ ਕਰ ਰਹੇ ਨੇ, ਸਾਵਧਾਨ ਕਰ ਰਹੇ ਨੇ ਕਿ ਸੱਜਣਾ, ਆ ਸੋਹਣਿਆਂ ਕੱਪੜਿਆਂ ਨੂੰ ਹੰਡਾਉਣ ਵੇਲੇ ਜਾਂ ਸੋਹਣੀਆਂ ਸੁਗੰਧੀਆਂ ਆਪਣੇ ਤਨ ਤੇ ਲਾਉਣ ਵੇਲੇ, ਸੋਹਣੇ ਭੋਜਨ ਛਕਣ ਵੇਲੇ ਉਸ ਪਰਮੇਸ਼ਰ ਨੂੰ ਚੇਤੇ ਰੱਖੀ, ਅਕਾਲ ਪੁਰਖ ਨੂੰ ਚੇਤੇ ਰੱਖੀ, ਫਿਰ ਤਾਂ ਇਹ ਸਭ ਕੁਝ ਸਫਲ ਹੈ। ਤੇ ਜੇ ਨਿਰੰਕਾਰ ਨੂੰ ਚੇਤੇ ਨਹੀਂ ਰੱਖਦਾ ਤੇ ਫਿਰ ਇਹ ਸਾਰਾ ਕੁਝ ਤੇਰੇ ਲਈ ਵਿਅਰਥ ਹੈ। ਫਿਰ ਤਾਂ ਦੁਰਗੰਧੀ ਦੇ ਵਿੱਚ ਤੂੰ ਤਾਂ ਪਾਪ ਕਰ ਰਿਹਾ। ਫਿਰ ਤਾਂ ਕੋਈ ਚੰਗੀ ਵਸਤੂ ਲਿਆ ਕੇ ਉਹਨੂੰ ਮਾੜੀ 'ਚ ਤਬਦੀਲ ਕਰ ਦੇਣਾ, ਇਹਦੇ ਤੋਂ ਵੱਡਾ ਪਾਪ ਕਿਹੜਾ ਹੈ? ਸਾਹਿਬ ਕਹਿੰਦੇ ਅੰਨ ਦੇਵਤਾ, ਪਾਣੀ ਦੇਵਤਾ, ਲੂਣ ਦੇਵਤਾ, ਬਸੰਤਰ ਦੇਵਤਾ, ਪੰਜਵਾਂ ਪਾਇਆ ਕਿਰਤ, ਤਾਂ ਹੋਆ ਪਾਕ ਪਵਿੱਤ, ਪਾਪੀ ਸਿਉ ਤਨ ਗੱਡਿਆ, ਥੁੱਕਾਂ ਪਈਆਂ ਤਿੱਤ। ਕਹਿੰਦੇ 5 ਦੇਵਤੇ ਇਕੱਠੇ ਕਰਕੇ ਤੇਰੇ ਸਰੀਰ 'ਚ ਪਾਏ, ਅੰਨ, ਲੂਣ, ਪਾਣੀ, ਅਗਨੀ, ਉਹਦੇ 'ਚ ਬਣਿਆ ਨਾ, ਫਿਰ ਉੱਤੋਂ ਘਿਓ ਪਾਇਆ। ਕਹਿੰਦੇ 5 ਦੇਵਤੇ ਤੇਰੇ ਸਰੀਰ ਦੇ ਵਿੱਚ ਪਾਏ ਪਾਪੀਆ, ਤੂੰ ਉਹਨਾਂ ਨੂੰ ਸਰੀਰ 'ਚ ਪਾ ਕੇ ਰੱਬ ਰੱਬ ਨਹੀਂ ਕੀਤਾ, ਤੇ ਉਹ 5 ਦੇਵਤੇ ਤੇਰੇ ਸਰੀਰ 'ਚ ਪਏ, ਮੁੜ ਕੇ ਗੰਦਗੀ ਦਾ ਢੇਰ ਬਣ ਗਏ, ਉੱਤੇ ਲੋਕ ਥੁੱਕਣ ਲੱਗ ਪਏ। ਕਿੱਡਾ ਵੱਡਾ ਪਾਪੀਆਂ ਤੂੰ, ਦੇਵਤਿਆਂ ਨੂੰ ਵੀ ਅਪਵਿੱਤਰ ਕਰ ਦਿੱਤਾ। ਇਹ ਨਾਮ ਵਿਹੂਣੇ ਬੰਦਿਆਂ ਨੂੰ ਲਾਹਨਤਾਂ ਨੇ। ਜਿਹੜਾ ਭਜਨ ਕਰਨ ਵਾਲਾ ਮਹਾਰਾਜ ਕਹਿੰਦੇ ਉਹਦਾ ਖਾਣਾ, ਉਹਦਾ ਪਹਿਨਣਾ, ਉਹ ਸਭ ਕੁਝ ਪਵਿੱਤਰ ਹੈ। ਤੇ ਜਿਹੜਾ ਭਜਨ ਨਹੀਂ ਕਰਦਾ ਮਹਾਰਾਜ ਜੀ ਕਹਿੰਦੇ ਪਾਪਿਸ਼ਟ, ਪਾਪੀ ਹੈ। ਪਾਪਿਸ਼ਟ ਦੇ ਪਾਪੀ ਦੇ ਤਨ ਨਾਲ ਲੱਗੇ ਆ।
ਕਹਿੰਦੇ ਸਾਰੀਆਂ ਸੁਗੰਧੀਆਂ ਵਾਲੀਆਂ ਵਸਤੂਆਂ ਵੀ ਦੁਰਗੰਧੀ ਦੇ ਵਿੱਚ ਤਬਦੀਲ ਹੋ ਜਾਂਦੀਆਂ ਹਨ। ਫਿਰਤ ਫਿਰਤ ਮਾਨੁਖ ਭਇਆ ਖਿਨ ਭੰਗਣ ਦੇਹਾਦ। ਫਿਰਤ ਫਿਰਤ ਫਿਰਦਿਆਂ ਫਿਰਦਿਆਂ 84 ਦੇ ਗੇੜੇ 'ਚ ਤਾਂ ਜਾ ਕੇ ਮਨੁੱਖੀ ਸਰੀਰ ਮਿਲਿਆ, ਏਦਾਂ ਨਹੀਂ ਮਿਲ ਗਿਆ। ਇਹ ਮਨੁੱਖੀ ਕਾਇਆ ਏਦਾਂ ਨਹੀਂ ਪ੍ਰਾਪਤ ਹੋ ਗਈ। ਸਾਹਿਬ ਕਹਿੰਦੇ ਪਤਾ ਨਹੀਂ ਕਿੰਨਾ ਕੁ ਫਿਰਨਾ ਪਿਆ, ਕਿੰਨੀਆਂ ਜੂਨੀਆਂ ਵਿੱਚ ਭਟਕਣਾ ਪਿਆ। ਫਿਰਤ ਫਿਰਤ ਫਿਰਦਿਆਂ ਫਿਰਦਿਆਂ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਵਿੱਚ ਇੱਕ ਗੁਰਸਿੱਖ ਬੈਠਾ ਹੈ। ਇਹਦਾ ਨਾਮ ਹੈ ਬਿਧੀ ਚੰਦ। ਇੱਕ ਭਾਈ ਬਿਧੀ ਚੰਦ ਛੀਨਾ ਜੀ ਹੋਏ 5ਵੇਂ ਪਾਤਸ਼ਾਹ 6ਵੇਂ ਪਾਤਸ਼ਾਹ ਦੇ ਵੇਲੇ, 4ਥੇ ਪਾਤਸ਼ਾਹ ਦੇ ਵੇਲੇ ਸਿੱਖ ਸੀ। ਇਹਦਾ ਨਾਮ ਸੀ ਬਿਧੀ ਚੰਦ। ਇੱਕੋ ਨਾਂ ਦੇ ਦੋ ਸਿੱਖ ਨੇ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਵਿੱਚ ਬੈਠਿਆਂ ਉੱਚੀ ਉੱਚੀ ਰੋਣ ਲੱਗ ਪਿਆ। ਪਾਤਸ਼ਾਹ ਕਹਿੰਦੇ ਭਾਈ ਕੀ ਗੱਲ ਹੈ, ਕਿਉਂ ਰੋਣਾ? ਬੋਲਿਆ ਨਹੀਂ ਜਾਂਦਾ, ਕੰਠ ਰੁਕਿਆ ਹੋਇਆ। ਬੋਲਦਾ ਇੱਕ ਸ਼ਬਦ ਫਿਰ ਰੋਣ ਲੱਗ ਪੈਂਦਾ, ਬੋਲਦਾ ਫਿਰ ਰੋਣ ਲੱਗ ਪੈਂਦਾ। ਮਹਾਰਾਜ ਜੀ ਕਹਿੰਦੇ ਹੌਸਲਾ ਕਰਕੇ ਬੋਲ, ਕਿਉਂ ਰੋਣਾ? ਥੋੜਾ ਜਿਹਾ ਰੋ ਕੇ ਜਦੋਂ ਮਨ ਹੌਲਾ ਜਿਹਾ ਹੋਇਆ ਤੇ ਫਿਰ ਬੋਲਿਆ, ਕਹਿਣ ਲੱਗਾ ਸਾਹਿਬ ਤੁਹਾਡੀ ਸੰਗਤ ਵਿੱਚ ਬੈਠਿਆਂ ਬੈਠਿਆਂ ਮੈਂ ਆਪਣੇ ਪਿਛਲੇ ਜਨਮਾਂ ਦੀ ਯਾਤਰਾ ਤੇ ਚਲਾ ਗਿਆ ਸਾਂ। ਜਨਮ ਤਾਂ ਪਤਾ ਨਹੀਂ ਕਿੰਨੇ ਕੁ ਸਨ, ਪਰ 1-2 ਜਨਮ ਮੇਰੀ ਸਿਮਰਤੀ ਵਿੱਚ ਆਏ ਨੇ ਕਿ ਮੈਂ ਗਧੇ ਦੀ ਜੂਨ ਚ ਹਾਂ, ਇੱਕ ਕਸਾਈ ਘੁਮਿਆਰ ਹੈ ਜਿਹਦੇ ਵਸ ਹਾਂ। ਮਿੱਟੀ ਲੱਦਦਾ, ਮਣਾ ਮੂੰਹ ਵਜਨ ਢੋਂਦਾ, ਖਾਣ ਨੂੰ ਕੁਝ ਨਹੀਂ ਦਿੰਦਾ। ਕਮਜ਼ੋਰ ਤੇ ਜੀਰਣ ਸਰੀਰ ਦੇ ਨਾਲ ਵਜਨ ਚੁੱਕੀ ਜਾ ਰਿਹਾ। ਰਸਤੇ 'ਚ ਇੱਕ ਟੋਆ ਆਇਆ, ਪੈਰ ਜ਼ਮੀਨ ਤੇ ਧਸਿਆ ਤੇ ਲੱਤ ਟੁੱਟ ਗਈ ਤੇ ਡਿੱਗ ਪਿਆ। ਉਹਨੇ ਮਿੱਟੀ ਦਾ ਢੇਰ ਦੂਜੇ ਗਧੇ ਤੇ ਰੱਖਿਆ, ਮੈਨੂੰ ਉੱਥੇ ਹੀ ਛੱਡ ਕੇ ਚਲਾ ਗਿਆ। ਲੱਤਾਂ ਟੁੱਟੀਆਂ ਹੋਣ ਕਾਰਨ ਉੱਥੇ ਹੀ ਪਿਆ ਰਿਹਾ। ਮੀਂਹ ਵਰਸਿਆ, ਟੋਆ ਸੀ, ਆਲੇ ਦੁਆਲੇ ਪਾਣੀ ਭਰ ਗਿਆ। ਲੋਕਾਂ ਨੂੰ ਨਹੀਂ ਪਤਾ ਵੀ ਇਹ ਕੀ ਪਿਆ, ਪੱਥਰ ਸਮਝ ਕੇ ਪੈਰ ਰੱਖ ਰੱਖ ਕੇ ਲੰਘਣ ਲੱਗੇ। ਕਈ ਦਿਨਾਂ ਤੋਂ ਬਾਅਦ ਤੜਫਦਿਆਂ ਤੜਫਦਿਆਂ ਉਹ ਸਰੀਰ ਛੁੱਟਿਆ। ਉਹ ਛੁੱਟਿਆ ਹੀ ਸੀ ਕਿ ਅਗਲਾ ਜਨਮ ਇੱਕ ਚਿੱਚੜ ਦੀ ਜੂਨ, ਇੱਕ ਕੁੱਤੇ ਦੇ ਕੰਨ ਨਾਲ ਚਿੰਬੜਿਆ ਹੋਇਆ, ਤੇ ਕੁੱਤੇ ਦੇ ਕੰਨ ਚੋਂ ਪੂੰ ਵਗਦੀ ਹੈ, ਰੇਸ਼ਾ ਵਗਦਾ, ਉਹਦੇ ਨਾਲ ਚਿੰਬੜਿਆ ਉਹਦਾ ਗੰਦਾ ਖੂਨ ਭਖ ਰਿਹਾ। ਉਸ ਗੰਦਗੀ ਦੇ ਵਿੱਚ ਕਿਰਮ ਦੀ ਜੂਨ ਚ ਪਿਆ ਭਟਕਦਾ ਭਟਕਦਾ ਕੁਝ ਸਮੇਂ ਬਾਅਦ ਉਹ ਤਨ ਵੀ ਤਿਆਗਿਆ ਗਿਆ। ਮਹਾਰਾਜ ਮੇਰੀ ਰੂਹ ਕੰਬ ਗਈ ਹੈ ਵੇਖ ਕੇ ਨਾ 2 ਜਨਮਾਂ ਨੂੰ ਇਤਨੇ ਦੁਖਦਾਈ, ਤੇ ਮੈਂ ਰੋਂਦਾ ਇਸ ਕਰਕੇ ਆ ਮੇਰਿਆ ਪਾਤਸ਼ਾਹ ਕਿ ਕਿਤੇ ਮੈਨੂੰ ਦੁਬਾਰਾ ਇਸ ਦੇਹ ਤੋਂ ਬਾਅਦ ਇਹੋ ਜਿਹੀਆਂ ਜੂਨੀਆਂ ਚ ਨਾ ਭਟਕਣਾ ਪਵੇ। ਇਹ ਮਨੁੱਖੀ ਦੇਹ ਐਸੀਆਂ ਪਤਾ ਨਹੀਂ ਕਿੰਨੀਆਂ ਕੁ ਜੂਨੀਆਂ ਨੂੰ ਭਟਕਣ ਤੋਂ ਬਾਅਦ ਪ੍ਰਾਪਤ ਹੋਈ। ਸਾਹਿਬ ਕਹਿੰਦੇ ਫਿਰਤ ਫਿਰਤ ਮਾਨੁਖ ਭਇਆ। ਏਦਾਂ ਹੀ ਨਹੀਂ ਸਿੱਧੇ ਮਨੁੱਖ ਬਣ ਗਏ। ਜੇ ਸਿੱਧੇ ਮਨੁੱਖ ਬਣੇ ਹੁੰਦੇ ਤੇ ਜਿਹੜੀਆਂ ਮਨੁੱਖਾਂ ਦੇ ਕੋਲ ਜਾਨਵਰਾਂ ਵਾਲੀਆਂ ਬਿਰਤੀਆਂ ਨੇ ਉਹ ਨਹੀਂ ਸੀ ਹੋਣੀਆਂ। ਪਸ਼ੂਆਂ ਵਾਲੀਆਂ ਜਿਹੜੀਆਂ ਬਿਰਤੀਆਂ ਨੇ ਉਹ ਨਹੀਂ ਸਰ ਹੋਣੀਆਂ। ਮਨੁੱਖ ਹੋ ਕੇ ਵੀ ਪਸ਼ੂਆਂ ਤੇ ਜਾਨਵਰਾਂ ਵਾਲੀਆਂ ਬਿਰਤੀਆਂ ਨੇ ਤਾਂ ਸਪਸ਼ਟ ਹੈ ਕਿ ਜ਼ਰੂਰ ਇਹੋ ਜਿਹੀਆਂ ਜੋਨੀਆਂ ਚੋਂ ਲੰਘ ਕੇ ਆਇਆ। ਸਿੱਧਾ ਮਨੁੱਖ ਨਹੀਂ ਸੀ ਹੋਇਆ। ਜੇ ਸਿੱਧਾ ਮਨੁੱਖ ਹੁੰਦਾ ਤਾਂ ਪਸ਼ੂਆਂ ਵਾਲੀਆਂ ਬਿਰਤੀਆਂ ਇਹਦੇ ਨਾਲ ਨਹੀਂ ਸੀ ਆਉਣੀਆਂ। ਇਹਨੇ ਸੱਪ ਵਾਂਗੂ ਲੋਕਾਂ ਨੂੰ ਨਹੀਂ ਸੀ ਡੰਗਣਾ। ਇਹਨੇ ਲੋਂਬੜੀ ਵਾਂਗੂ ਚਲਾਕੀਆਂ ਨਹੀਂ ਸਨ ਕਰਨੀਆਂ। ਇਹਨੇ ਆਦਮਖੋਰ ਸ਼ੇਰ ਵਾਂਗੂ ਲੋਕਾਂ ਨੂੰ ਚੀਰ ਫਾੜ ਕੇ ਖਾਣ ਦੀ ਬਿਰਤੀ ਨਹੀਂ ਸੀ ਬਣਾਉਣੀ ਜੇ ਸਿੱਧਾ ਮਨੁੱਖ ਹੁੰਦਾ। ਐਸੀਆਂ ਜੋਨੀਆਂ ਚੋਂ ਗੁਜ਼ਰ ਕੇ ਆਇਆ, ਲੰਘ ਕੇ ਆਇਆ। ਤਾਂ ਇੱਥੇ ਕਹਿ ਰਹੇ ਨੇ ਫਿਰ ਫਿਰਤ ਮਾਨੁਖ ਭਇਆ। ਫਿਰਦਿਆਂ ਫਿਰਦਿਆਂ ਜਾ ਕੇ ਪਰਮੇਸ਼ਰ ਦਾ ਕੋਈ ਤਰਸ ਵਰਤਿਆ। ਇਹ ਮਨੁੱਖੀ ਦੇਹ ਮਿਲੀ ਹੈ। ਖਿਨ ਭੰਗਨ ਦੇਹਾਦ ਸਜਣਾ। ਇਹ ਦੇਹ ਵੀ ਸदैवी ਨਹੀਂ, ਕਿਤੇ ਭੁਲੇਖਾ ਹੋਵੇ ਵੀ ਸਦਾ ਰਹੇਗੀ। ਇਹ ਵੀ ਛਿਨ ਭੰਗਰ ਹੈ। ਇਹਨੇ ਵੀ ਪਤਾ ਨਹੀਂ ਕਿਹੜੇ ਵੇਲੇ ਬਿਨਸ ਜਾਣਾ। ਇਹਦਾ ਵੀ ਕੋਈ ਪਤਾ ਨਹੀਂ ਕਿਸ ਵੇਲੇ ਇਸ ਭਾਂਡੇ ਨੇ ਟੁੱਟ ਜਾਣਾ। ਕਿਆ ਪ੍ਰਵਾਸਾ
इस भांडे का इतनक लागै, धन का कोई पता नहीं। हाँ जी। ਇਹ ਅਵਸਰ ਤੇ ਚੁੱਕਿਆ ਬਹੁ ਜੋਨ ਪਰਮਾਦ। ਇਹ ਵਾਰੀ ਹੈ ਵਾਰੀ। ਜੇ ਇਸ ਵਾਰੀ ਤੋਂ ਚੁੱਕ ਗਿਆ, ਮੋਗੇ ਹੁੰਦੇ ਆ ਨਾ ਪਿੰਡਾਂ 'ਚ, ਉਹਦੀ ਵਾਰੀ ਲੱਗਦੀ ਹੈ ਖੇਤਾਂ ਨੂੰ। ਜਿਹਦੀ ਵਾਰੀ ਖੁੰਝ ਜਾਏ ਫਿਰ ਉਹਨੂੰ ਵਾਰੀ ਦੁਬਾਰਾ ਬਹੁਤ ਸਮੇਂ ਬਾਅਦ ਆਉਂਦੀ ਹੈ। ਉੱਥੇ ਤਾਂ ਭਾਵੇਂ ਫਿਰ ਇੱਕ ਦੂਜੇ ਦਾ ਤਰਲਾ ਕਰਕੇ ਜ਼ਿਮੀਂਦਾਰ ਇੱਕ ਦੂਜੇ ਨਾਲ ਵਾਰੀਆਂ ਵੰਡ ਲੈਂਦੇ ਆ, ਪਰ ਆਹ ਵਾਰੀ ਜੇ ਤੇਰੇ ਕੋਲੋਂ ਇੱਕ ਵਾਰੀ ਲੰਘ ਗਈ, ਚਲੀ ਗਈ, ਤਾਂ ਮੇਰੇ ਸਾਹਿਬ ਕਹਿੰਦੇ ਫੇਰ 84 ਲੱਖ ਜੋਨੀਆਂ ਦੇ ਗੇੜੇ 'ਚ ਭਰਮਦਾ ਫਿਰੇਗਾ। ਬਹੁ ਜੋਨ ਪਰਾਦ, ਬਹੁ ਪ੍ਰਕਾਰ ਦੀਆਂ ਜੋਨੀਆਂ ਵਿੱਚ ਫਿਰ ਭਰਮਦਾ ਫਿਰੇਗਾ, ਫਿਰ ਭਟਕਦਾ ਫਿਰੇਗਾ। ਕਿਉਂਕਿ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ। ਇਹੋ ਜੀਆਂ ਅਨੇਕਾਂ ਜੋਨੀਆਂ ਦੇ ਵਿੱਚ ਫਿਰ ਭਟਕਦਾ ਤੇ ਭਰਮਦਾ ਫਿਰੇਗਾ। ਜੇ ਤੇਰੇ ਕੋਲੋਂ ਇਹ ਮਨੁੱਖੀ ਦੇ ਇਹ ਵਾਰੀ ਚਲੀ ਗਈ। ਤਦੇ ਸਾਹਿਬ ਨੇ ਸੁਚੇਤ ਕੀਤਾ ਸਾਨੂੰ, ਸੋਦਰ ਦੇ ਵਿੱਚ ਰੋਜ਼ ਸਮਝਾਉਂਦੇ ਆ, ਭਈ ਪ੍ਰਾਪਤ ਮਾਨਖ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਰੱਬ ਨੂੰ ਮਿਲਣ ਦੀ ਵਾਰੀ ਹੈ ਇਹ। ਜੇ ਇਸ ਵਾਰੀ ਤੋਂ ਚੁੱਕ ਗਿਆ ਤਾਂ ਸੱਜਣਾ ਮੁੜ ਕੇ ਫੇਰ ਇਸ ਪੌੜੀ ਤੇ ਜੋ ਨਰ ਚੁੱਕੈ, ਆਏ ਜਾਏ ਦੁੱਖ ਪਾਏਂਦਾ। ਫਿਰ ਜਨਮ ਮਰਨ ਦੇ ਚੱਕਰਾਂ 'ਚ ਭਟਕਦਾ ਫਿਰੇਗਾ, ਭਰਮਦਾ ਫਿਰੇਗਾ। ਇੱਕ ਜੋਨੀ ਨਹੀਂ, ਪਤਾ ਨਹੀਂ ਕਿਤਨੀਆਂ ਜੋਨੀਆਂ। ਜਿਵੇਂ ਕਹਿੰਦੇ ਸਿਰ ਤੋਂ ਗੰਜਾ ਤੇ ਅੱਖਾਂ ਤੋਂ ਅੰਨਾ। ਇੱਕ ਇਹੋ ਜਿਹੇ ਦਰਵਾਜ਼ਿਆਂ ਦੇ ਵਿੱਚ, ਕਿਲੇ ਦੇ ਵਿੱਚ ਬੰਦ ਹੋ ਗਿਆ ਜਿਹਦਾ ਇੱਕੋ ਹੀ ਦਰਵਾਜ਼ਾ ਸੀ। ਕਹਿੰਦਾ ਕਿਵੇਂ ਬਾਹਰ ਨਿਕਲਾਂ, ਕਿਲਾ ਬੜਾ ਵੱਡਾ, ਇੱਕੋ ਦਰਵਾਜ਼ਾ। ਕਿਸੇ ਸਿਆਣੇ ਨੇ ਅਕਲ ਦਿੱਤੀ, ਕਹਿੰਦੇ ਸੱਜਣਾ ਕੰਧ ਦੇ ਨਾਲ ਟੋਂਦਾ ਟੋਂਦਾ ਟੁਰੀ ਚੱਲੀ, ਕੰਧ ਨੂੰ ਛੱਡੀ ਨਾ। ਜਿੱਥੇ ਦਰਵਾਜ਼ਾ ਹੋਵੇਗਾ ਉੱਥੇ ਆਵੇਗਾ ਹੱਥ ਤੇ ਬਾਹਰ ਨਿਕਲ ਜੀ। ਕਹਿੰਦਾ ਠੀਕ ਹੈ। ਜਿਉਂ ਟੁਰਿਆ, ਟੁਰਦਾ 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 ਜਦੋਂ ਸੋਚੀ ਜਾਏ ਦਰਵਾਜ਼ਾ ਆਉਣ ਦਾ ਨਾਂ ਹੀ ਨਹੀਂ ਲੈਂਦਾ। ਟੁਰਿਆ ਟੁਰਿਆ ਜਦੋਂ ਦਰਵਾਜ਼ੇ ਦੇ ਕੋਲ ਆਇਆ ਤੇ ਉੱਥੇ ਆ ਕੇ ਸਿਰ ਖੁਰਕਣ ਲੱਗ ਪਿਆ ਗੰਜ। ਫਿਰ ਅੱਗੇ ਲੰਘ ਗਿਆ। ਉਹਨਾਂ ਕਿ ਉਹ ਪਾੜਾ ਸੀ ਦਰਵਾਜ਼ੇ ਦਾ, ਉੱਥੇ ਹੱਥ ਲਾਣ ਦੀ ਬਜਾਏ ਸਿਰ ਖੁਰਕਣ ਲੱਗ ਪਿਆ ਵੀ ਕਿੱਧਰ ਗਿਆ ਦਰਵਾਜ਼ਾ। ਥੋੜਾ ਜਿਹਾ ਅੱਗੇ ਲੰਘਿਆ, ਫਿਰ ਉੱਥੋਂ ਚੱਕਰ ਸ਼ੁਰੂ। ਇਹੀ ਖੇਡ ਹੈ 84 ਲੱਖ ਜੂਨੀਆਂ ਦੀ। ਵੱਡਾ ਕਿਲਾ ਹੈ, ਇੱਕੋ ਇੱਕ ਦਰਵਾਜ਼ਾ ਹੈ ਮਨੁੱਖੀ ਸਰੀਰ, ਜਿਹਦੇ ਰਾਹੀਂ ਇਹ ਮੋਕਸ਼ ਨੂੰ ਪ੍ਰਾਪਤ ਹੋ ਸਕਦਾ, ਮੁਕਤ ਹੋ ਸਕਦਾ। ਪਰ ਉਹ ਵੀ ਸਿਰ ਖੁਰਕਦਿਆਂ ਚਿੰਤਾਵਾਂ ਤੇ ਫਿਕਰਾਂ 'ਚ, ਆਏ ਕੀ ਹੋਵੇਗਾ, ਕੀ ਬਣੇਗਾ। ਬੰਦਾ ਆਪਣੀ ਜ਼ਿੰਦਗੀ ਬਸਰ ਕਰ ਦਿੰਦਾ ਤੇ ਉਹ ਦਰਵਾਜ਼ਾ ਵੀ ਖੁੰਝ ਜਾਂਦਾ। ਮੁੜ ਕੇ ਫੇਰ ਉਹ ਗੇੜਾ ਚੱਲ ਪੈਂਦਾ। ਔਰ ਇੱਕ ਵਾਰ ਨਹੀਂ, ਐਸਾ ਕਈ ਵਾਰ ਹੋਇਆ ਤੇ ਕਈ ਵਾਰ ਹੋ ਰਿਹਾ ਹੈ। ਪਾਤਸ਼ਾਹ ਕਹਿੰਦੇ ਜੇ ਇਸ ਅਵਸਰ ਤੋਂ ਚੁੱਕ ਗਿਆ ਫੇਰ ਬਹੁ ਜੂਨੀਆਂ ਦੇ ਵਿੱਚ ਭਰਮੇਗਾ। ਪ੍ਰਭ ਕਿਰਪਾ ਤੇ ਗੁਰ ਮਿਲੇ, ਹਰ ਹਰ ਬਿਸਮਾਦ। ਹਾਂ, ਪ੍ਰਭੂ ਦੀ ਕਿਰਪਾ ਨਾਲ, ਰੱਬ ਦੀ ਕਿਰਪਾ ਨਾਲ ਗੁਰੂ ਮਿਲਦਾ। ਬਿਨਾਂ ਪ੍ਰਭੂ ਦੀ ਕਿਰਪਾ ਦੁਆਰਾ ਗੁਰੂ ਦਾ ਮੇਲ ਪ੍ਰਾਪਤ ਨਹੀਂ ਹੁੰਦਾ। ਪ੍ਰਭ ਕਿਰਪਾ ਤੇ ਗੁਰ ਮਿਲੇ, ਪ੍ਰਭੂ ਦੀ ਕਿਰਪਾ ਨਾਲ ਗੁਰੂ। ਆ ਸਾਨੂੰ ਸਤਿਗੁਰਾਂ ਦਾ ਮੇਲ ਪ੍ਰਾਪਤ ਹੋਇਆ ਤਾਂ ਇਹ ਰੱਬ ਦੀ ਕਿਰਪਾ ਹੈ, ਪ੍ਰਭੂ ਦੀ, ਪਰਮੇਸ਼ਰ ਦੀ ਕਿਰਪਾ। ਅਕਾਲ ਪੁਰਖ ਦੀ ਕਿਰਪਾ ਬਿਨਾਂ ਗੁਰੂ ਦਾ ਮੇਲ ਨਹੀਂ ਹੁੰਦਾ। ਪ੍ਰਭ ਕਿਰਪਾ ਤੇ ਗੁਰ ਮਿਲੇ, ਪ੍ਰਭੂ ਦੀ ਕਿਰਪਾ ਨਾਲ ਗੁਰੂ ਮਿਲਦਾ। ਹਰ ਹਰ ਬਿਸਮਾਦ। ਤੇ ਜਦੋਂ ਗੁਰੂ ਸਾਹਿਬ ਟੁੱਟਦੇ ਨੇ ਫਿਰ ਉਹ ਹਰੀ ਜੋ ਵਿਸਮਾਦ ਹੈ, ਅਸਚਰਜ। ਜੋ ਅਸਚਰਜ ਮਹਾ ਬਿਸਮਾਵਤ ਤਾਹੇ ਕਹੋ ਮੁਖ ਵਾਹੇ ਗੁਰੂ। ਜੋ ਅਸਚਰਜ ਹੈ, ਵਿਸਮਾਦ ਸਵਰੂਪ ਹੈ। हे ਗੁਰੂ ਕੇ ਪਿਆਰਿਓ, ਉਸ ਨੂੰ ਆਖੋ ਕਿ हे ਗੁਰੂ ਤੂੰ ਵਾਹ ਹੈ, ਤੂੰ ਵਾਹ ਹੈ।
ਜੋ ਅਸਚਰਜ ਮਹਾ ਬਿਸਮਾਵਤ, ਜੋ ਅਸਚਰਜ ਹੈ ਔਰ ਵਿਸਮਾਦ ਸਵਰੂਪ ਹੈ, ਅਦਭੁਤ ਹੈ। ਉਸ ਵਿਸਮਾਦ ਸਵਰੂਪ ਵਾਹਿਗੁਰੂ ਦੇ ਸਵਰੂਪ ਦੀ ਪ੍ਰਾਪਤੀ ਗੁਰੂ ਨਾਲ ਹੁੰਦੀ ਹੈ, ਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਹਰ ਹਰ ਬਿਸਮਾਦ, ਜਦੋਂ ਸਤਿਗੁਰੂ ਜੀ ਦੀ ਦਇਆ ਹੁੰਦੀ ਹੈ, ਫਿਰ ਉਹ ਹਰੀ ਜੋ ਹਰ ਇੱਕ ਵਿੱਚ ਆਇਆ ਹੋਇਆ ਉਸ ਵਿਸਮਾਦ ਸਵਰੂਪ ਨੂੰ ਪ੍ਰਾਪਤ ਹੋਈਦਾ ਹੈ। ਸੁਖ ਸਹਿਜ ਨਾਨਕ ਆਨੰਦ, ਤਾਕੈ ਪੂਰਨ ਨਾਦ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਕਹਿੰਦੇ ਆ, ਉਹਦੇ ਹਿਰਦੇ ਰੂਪੀ ਘਰ ਵਿੱਚ ਸੁਖ ਹੈ, ਸਹਿਜ ਗਿਆਨ ਹੈ, ਔਰ ਸਤਿਗੁਰਾਂ ਦੇ ਸ਼ਬਦ ਦਾ ਪੂਰਨ ਨਾਦ ਉਸ ਦੇ ਹਿਰਦੇ ਵਿੱਚ ਗੂੰਜਦਾ ਹੈ, ਜਿਹੜਾ ਗੁਰੂ ਵਾਲਾ ਹੈ। ਬਿਲਾਵਲ ਮਹਲਾ ਪੰਜਵਾ, ਚਰਨ ਪਏ ਸੰਤ ਬੋਹਿ ਥਾ, ਤਰੇ ਸਾਗਰ ਜੇਤ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਆ, ਰੱਬ ਦੇ ਪਿਆਰਿਆਂ ਮਹਾਂਪੁਰਸ਼ਾਂ ਸੰਤਾਂ ਦੇ ਚਰਨ ਮੇਰੇ ਲਈ ਜਹਾਜ਼ ਬਣ ਗਏ ਨੇ। ਚਰਨ ਭਏ ਸੰਤ ਬੋਹਿ ਥਾ, ਰੱਬ ਦੇ ਪਿਆਰਿਆਂ ਦੇ ਸਾਧੂਆਂ ਦੇ ਚਰਨ ਉਹ ਜਹਾਜ਼ ਹੋ ਗਏ ਨੇ। ਤਰੇ ਸਾਗਰ ਜੇਤ, ਕਹਿੰਦੇ ਪਤਾ ਨਹੀਂ ਕਿੰਨੇ ਕਿੰਨੇ ਜਿਹੜੇ ਉਸ ਜਹਾਜ਼ ਤੇ ਚੜ੍ਹ ਕੇ ਇਸ ਸਾਗਰ ਤੋਂ ਤਰ ਗਏ ਨੇ। ਸਤਿਪੁਰਸ਼ਾਂ ਦੀ ਸੰਗਤ ਕਰਕੇ ਕਿੰਨੇ ਕਿੰਨੇ ਜਿਹੜੇ ਸੰਸਾਰ ਤੋਂ ਤਰ ਗਏ ਹਨ। ਮਾਰਗ ਪਾਏ ਉਦਿਆਨ ਮਹਿ, ਗੁਰ ਦੱਸੇ ਭੇਤ। ਆਹ ਮੇਰੇ ਗੁਰੂ ਨੇ ਮੈਨੂੰ ਬੀਆਬਾਨ ਉਜਾੜ ਵਿੱਚ ਜੰਗਲ ਵਿੱਚ ਭਟਕਦੇ ਨੂੰ ਰੱਬ ਦੇ ਘਰ ਦਾ ਮਾਰਗ ਦੱਸ ਦਿੱਤਾ। ਨਹੀਂ ਤਾਂ ਸਮਝ ਨਹੀਂ ਸੀ ਆਉਂਦੀ, ਕਰਾਂ ਕੀ ਤੇ ਜਾਵਾਂ ਕਿੱਧਰ ਤੇ ਕੀ ਕਿਸ ਪਾਸੇ ਪ੍ਰਵੇਸ਼ ਹੋਵਾਂ। ਇਹੋ ਜਿਹੇ ਬੀਆਬਾਨ ਉਦਿਆਨ ਵਿੱਚ ਸਾਂ ਤੇ ਮੇਰੇ ਗੁਰੂ ਨੇ ਮੈਨੂੰ ਰਾਹ ਦੱਸ ਕੇ, ਭੇਤ ਦੱਸ ਕੇ ਰੱਬ ਦੇ ਘਰ ਦਾ ਮਾਰਗ ਪਾ ਦਿੱਤਾ ਹੈ, ਮੈਨੂੰ ਰਸਤਾ ਦੱਸ ਦਿੱਤਾ ਹੈ। ਹਰ 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 ਹਰੇ, ਹਰ 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 ਹੇਤ। ਵੇਖੋ, ਹਰ 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 ਹਰੇ, ਹਰ 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 ਹੇਤ। ਹਰ 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 ਹਰ, ਜੋ ਹਰ ਇੱਕ ਵਿੱਚ ਆਇਆ, ਸੁੱਕਿਆਂ ਨੂੰ ਹਰੇ ਭਰੇ ਕਰਨ ਵਾਲਾ, ਸ਼ੇਰ ਵਾਂਗੂ ਸਾਰਿਆਂ ਦੇ ਪਾਪ ਨੂੰ ਹਰਨ ਵਾਲਾ। ਹਰ ਦਾ ਇੱਕ ਥੋੜੀ ਅਰਥ ਹੈ, ਕਲਗੀਧਰ ਪਾਤਸ਼ਾਹ ਨੇ ਹਰ ਦੇ ਕਈ ਅਰਥ ਕੀਤੇ ਹੈ। ਹਰ ਸੋ ਮੁਖ ਹੈ, ਹਰ ਤੀ ਦੁਖ ਹੈ, ਹਰ ਹਾਰ ਪ੍ਰਭਾ ਹਰਨੀ ਹਰ ਹੈ। ਹਰੀ ਹਰ ਨਾਮ ਬਿਜਲੀ ਦਾ ਵੀ ਹੈ, ਹਰ ਨਾਮ ਬਾਂਦਰ ਦਾ ਵੀ ਹੈ, ਹਰ ਨਾਮ ਸੁੱਕਿਆਂ ਨੂੰ ਹਰੇ ਭਰੇ ਕਰਨ ਵਾਲੇ ਦਾ ਵੀ ਹੈ, ਹਰ ਨਾਮ ਸੱਪ ਦਾ ਵੀ ਹੈ, ਤੇ ਹਰ ਨਾਮ ਬੱਬਰ ਸ਼ੇਰ ਦਾ ਵੀ ਹੈ। ਤੋ ਹਰ ਹਰ ਹਰ, ਮਨ ਕਰਕੇ ਵੀ ਕਹੋ ਹਰ, ਬਚਨ ਕਰਕੇ ਵੀ ਕਹੋ ਹਰ, ਤੇ ਕਰਮ ਕਰਕੇ ਵੀ ਕਹੋ ਹਰ। ਫਿਰ ਕਹਿੰਦੇ ਹਰ ਹਰ ਹਰੇ, ਉਹ ਹਰੀ ਜਿਹੜਾ ਹਰ ਇੱਕ ਵਿੱਚ ਆਇਆ, ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ। ਹਰ 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 ਹੇਤ, ਉਹਦੇ ਨਾਲ ਮਨ ਕਰਕੇ ਵੀ ਹੇਤ ਕਰੋ, ਪ੍ਰੇਮ ਕਰੋ, ਬਚਨ ਕਰਕੇ ਵੀ ਪ੍ਰੇਮ ਕਰੋ, ਔਰ ਕਰਮ ਕਰਕੇ ਵੀ ਹੇਤ ਪ੍ਰੇਮ ਕਰੋ। ਹਾਂਜੀ। ਉਠਤ ਬੈਠਤ ਸੋਵਤੇ, ਹਰ 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 ਚੇਤ। ਉੱਠਦਿਆਂ ਬਹਿੰਦਿਆਂ ਸੌਂਦਿਆਂ ਹਰੀ 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 ਹਰੀ, ਮਨ ਕਰਕੇ ਵੀ ਬਚਨ ਕਰਕੇ ਵੀ ਕਰਮ ਕਰਕੇ ਵੀ ਉਸ ਨੂੰ ਚੇਤੋ, ਉਸ ਨੂੰ ਅਰਾਧੋ ਤੇ ਧਿਆਵੋ। ਰਹਾਉ ਪੰਜ ਚੋਰ ਆਗੇ ਭੱਗੇ, ਜਬ ਸਾਧ ਸੰਗੇਤ। ਕਹਿੰਦੇ ਜਦੋਂ ਸਾਧੂਆਂ ਦਾ ਸੰਗ ਪ੍ਰਾਪਤ ਹੋ ਜਾਏ ਤੇ ਜਿਹੜੇ ਪੰਜ ਚੋਰ ਨੇ ਅੱਗੇ ਲੱਗ ਕੇ ਭੱਜ ਜਾਂਦੇ ਆ, ਸਾਧੂਆਂ ਦੀ ਸੰਗਤ ਕਰਨ ਵਾਲਿਆਂ ਦੇ ਨੇੜੇ ਨਹੀਂ ਆਉਂਦੇ। ਸਾਧੂਆਂ ਦੀ ਸੰਗਤ ਕਰਨ ਵਾਲਿਆਂ ਦੇ ਨੇੜੇ ਨਹੀਂ ਆਉਂਦੇ ਪੰਜੇ ਚੋਰ, ਅੱਗੇ ਲੱਗ ਕੇ ਭੱਜ ਜਾਂਦੇ ਹਨ। ਪੂੰਜੀ ਸਾਵਤ ਕਣੋ, ਲਾਭ ਗ੍ਰਹਿ ਸੋਭਾ ਸੇਤ। ਉਹਨਾਂ ਦੀ ਪੂੰਜੀ ਸਾਬਤ ਰਹਿੰਦੀ ਹੈ ਘਰ ਦੀ, ਔਰ ਬੜਾ ਲਾਭ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ।
ਆਪਣੇ ਨਿਜ ਘਰ ਦੇ ਵਿੱਚ ਉਜਲੀ ਸੋਭਾ ਦੇ ਸਹਿਤ ਉਹ ਰਹਿੰਦੇ ਹਨ। ਨਿਹਚਲ ਆਸਨ ਮਿਟੇ ਚਿੰਤ ਨਾਹੀ ਡੋਲੇਤ। ਨਿਹਚਲ ਆਸਣ ਕਹਿੰਦੇ ਉਹਨਾਂ ਦਾ ਆਸਣ ਨਿਹਚਲ ਹੋ ਜਾਂਦਾ, ਮਿਟੀ ਚਿੰਤ, ਉਹਨਾਂ ਦੀਆਂ ਚਿੰਤਾਵਾਂ ਮਿਟ ਜਾਂਦੀਆਂ ਨੇ। ਨਾਹੀ ਡੋਲੇਤ, ਫਿਰ ਉਹ ਡੋਲਦੇ ਨਹੀਂ। ਜਿਨ੍ਹਾਂ ਦਾ ਆਸਣ ਨਿਹਚਲ ਹੋ ਗਿਆ, ਭਾਵ ਟਿਕ ਗਏ ਨਿਜ ਸਰੂਪ ਵਿੱਚ, ਉਹਨਾਂ ਨੂੰ ਚਿੰਤਾ ਨਹੀਂ ਤੇ ਨਾ ਹੀ ਉਹ ਡੋਲਦੇ ਹਨ। ਪਰਮ ਭੁਲਾਵਾ ਮਿਟ ਗਿਆ ਪ੍ਰਭ ਪੇਖਤ ਨੇਤ। ਉਹਨਾਂ ਅੰਦਰੋਂ ਭਰਮ ਤੇ ਭੁਲਾਵਾ ਮਿਟ ਗਿਆ ਔਰ ਉਹ ਨਿੱਤ ਉਸ ਵਾਹਿਗੁਰੂ ਨੂੰ, ਪ੍ਰਭੂ ਨੂੰ ਆਪਣੇ ਕੋਲ ਹਾਜ਼ਰਾਂ ਹਜ਼ੂਰ ਵੇਖ ਲੈਂਦੇ ਆ। ਨਿੱਤ ਹੀ ਆਪਣੇ ਪ੍ਰਭੂ ਨੂੰ ਆਪਣੇ ਕੋਲ ਵੇਖਦੇ ਹਨ। ਗੁਣ ਗੰਭੀਰ ਗੁਣ ਨਾਇਕ ਗੁਣ ਕਹੇ ਹੈ ਕੇਤ। ਕਹਿੰਦੇ ਵਾਹਿਗੁਰੂ ਗੁਣਾਂ ਦਾ ਗੰਭੀਰ ਖਜ਼ਾਨਾ ਹੈ, ਉਹ ਗੁਣਾਂ ਦਾ ਨਾਇਕ ਹੈ, ਉਹ ਗੁਣਾਂ ਦਾ ਨਾਇਕ ਹੈ ਔਰ ਸਾਰੇ ਜਗਤ ਦਾ ਕੇਤੂ ਹੈ, ਨਿਸ਼ਾਨ ਹੈ ਗੁਣਾਂ ਦਾ। ਨਾਨਕ ਪਾਇਆ ਸਾਧ ਸੰਗ ਹਰ ਹਰ ਅੰਮ੍ਰਿਤ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਆ, ਸਾਧ ਸੰਗਤ ਦੇ ਦੁਆਰਾ ਅਸੀਂ ਹਰ ਹਰ ਦੇ ਨਾਮ ਅੰਮ੍ਰਿਤ ਨੂੰ ਪ੍ਰਾਪਤ ਕੀਤਾ ਹੈ। ਹਰ ਹਰ ਦੇ ਨਾਮ ਅੰਮ੍ਰਿਤ ਜਲ ਨੂੰ ਸਾਧ ਸੰਗਤ ਵਿੱਚ ਆ ਕੇ ਮਾਣਿਆ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਾਧ ਸੰਗਤ ਵਿੱਚੋਂ ਵਰਸਣ ਵਾਲੇ ਝਿਮ ਝਿਮ ਅੰਮ੍ਰਿਤ ਧਾਰ ਦਾ ਆਨੰਦ ਮਾਣਨ ਦਾ ਸਤਿਗੁਰੂ ਜੀ ਸਾਨੂੰ ਇਸੇ ਤਰ੍ਹਾਂ ਬਲ ਬੁੱਧੀ ਔਰ ਪ੍ਰੇਰਨਾ ਬਖਸ਼ਿਸ਼ ਕਰਨ। ਸਾਡਾ ਗਾਵਿਆ ਸੁਣਿਆ ਸਹਿਬ ਥਾਂ ਪਾ ਲੈਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਕਿ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਔਰ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।